ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਸਾਰਿਆਂ ਦਾ ਅੱਜ ਦੇ ਇਸ ਖਾਸ ਸ਼ੋਅ ਦੇ ਵਿੱਚ। ਅੱਜ ਸਾਡੇ ਨਾਲ ਇੱਕ ਬਹੁਤ ਹੀ ਖਾਸ ਸ਼ਖਸੀਅਤ ਮੌਜੂਦ ਨੇ, 20 ਸਾਲ ਤੋਂ ਵੱਧ ਦਾ ਜਿਨ੍ਹਾਂ ਨੂੰ ਤਜਰਬਾ ਹੈ ਇਮੀਗ੍ਰੇਸ਼ਨ ਇੰਡਸਟਰੀ ਦਾ। ਸੋ ਉਹਨਾਂ ਤੋਂ ਜਾਣਾਂਗੇ, ਬਹੁਤ ਬਰੀਕੀ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ ਕੁਝ ਇਹੋ ਜਿਹੇ ਟਿਪਸ ਜਿਨ੍ਹਾਂ ਨਾਲ ਤੁਹਾਡੀ ਫਾਈਲ ਦੀ ਪ੍ਰੋਬੇਬਿਲਿਟੀ ਵੱਧ ਸਕਦੀ ਹੈ। ਜਾਣਨ ਦੀ ਕੋਸ਼ਿਸ਼ ਕਰਾਂਗੇ ਉਹ ਗਲਤੀਆਂ ਜਿਹੜੀਆਂ ਅਵੋਇਡ ਕੀਤੀਆਂ ਜਾ ਸਕਦੀਆਂ। ਇਸ ਤੋਂ ਇਲਾਵਾ ਵੀ ਬਹੁਤ ਸਾਰੀ ਤੁਹਾਡੇ ਕੰਮ ਆਉਣ ਵਾਲੀ ਇਨਫੋਰਮੇਸ਼ਨ ਸਾਂਝੀ ਕਰਾਂਗੇ। ਸੋ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰਗਾ ਸਾਡੇ ਅੱਜ ਦੇ ਗੈਸਟ ਤ੍ਰਿਵੇਦੀ ਓਵਰਸੀਜ਼ ਦੇ ਮੈਨੇਜਿੰਗ ਡਾਇਰੈਕਟਰ ਸੁਕਾਂਤ ਤ੍ਰਿਵੇਦੀ ਜੀ ਦਾ। ਸਵਾਗਤ ਹੈ ਜੀ। ਥੈਂਕ ਯੂ ਦੀਪਕ ਜੀ। ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ। ਸੋ ਸੁਕਾਂਤ ਜੀ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਯੂਕੇ ਦੀ ਖਾਸੀਅਤ ਰਹੀ ਹੈ ਪੂਰੇ ਪੈਂਡੈਮਿਕ ਦੇ ਦੌਰਾਨ। ਜੇ ਕੋਈ ਇੱਕ ਕੰਟਰੀ ਜਿਹਨੇ ਬਹੁਤ ਹੀ ਪੋਜ਼ਿਟਿਵ ਐਟੀਟਿਊਡ ਰੱਖਿਆ ਸਟੂਡੈਂਟਸ ਦੇ ਪ੍ਰਤੀ ਤਾਂ ਉਹ ਯੂਕੇ ਕਿਹਾ ਜਾ ਸਕਦਾ। ਸੋ ਪਾਸਟ ਰਿਕਾਰਡ ਜਿਹੜਾ ਇੱਕ ਟਰੈਕ ਰਿਕਾਰਡ ਜਿਹੜਾ ਸੈੱਟ ਕੀਤਾ ਯੂਕੇ ਨੇ, ਪ੍ਰੈਜ਼ੈਂਟਲੀ ਉਹਦੀ ਕੀ ਸਿਚੁਏਸ਼ਨ ਹੈ? ਕੋਈ ਯੂਕੇ ਇਸ ਵੇਲੇ ਵੀ ਬਹੁਤ ਵਧੀਆ ਤਰੀਕੇ ਨਾਲ ਵੀਜ਼ਾਸ ਦੇ ਰਿਹਾ। ਵੀਜ਼ਾਸ ਤੋਂ ਇੰਪੋਰਟੈਂਟ ਜਿਹੜੀ ਚੀਜ਼ ਹੈਗੀ ਸੈਟਲਮੈਂਟ, ਕਰੀਅਰ, ਜੌਬਸ, ਸੈਲਰੀਜ਼, ਇਹ ਸਾਰਿਆਂ ਦੇ ਵਿੱਚ ਇਸ ਵੇਲੇ ਯੂਕੇ ਇਜ਼ ਦ ਨੰਬਰ 1 ਡੈਸਟੀਨੇਸ਼ਨ ਇਨ ਦ ਵਰਲਡ। ਆਪਾਂ ਅੱਗੇ ਗੱਲ ਕਰਦੇ ਸੀ ਆਸਟ੍ਰੇਲੀਆ ਦੇ ਸੈਲਰੀਜ਼ ਬਹੁਤ ਹਾਈ ਹੈਗੀਆਂ, ਕੈਨੇਡਾ ਤੋਂ ਜ਼ਿਆਦਾ ਪੈਸੇ ਬਣਦੇ ਨੇ ਆਸਟ੍ਰੇਲੀਆ 'ਚ, ਪਰ ਰਾਈਟ ਨਾਓ ਯੂਕੇ ਇੱਕ ਨੰਬਰ ਸਪੌਟ ਤੇ ਹੈਗਾ ਵੈਨ ਇਟ ਕਮਸ ਟੂ ਪਾਰਟ ਟਾਈਮ ਜੌਬਸ, ਅਵੇਲੇਬਿਲਿਟੀਜ਼, ਸੈਲਰੀਜ਼ ਪਰ ਆਵਰ, ਸਪਾਊਸ ਨੂੰ ਨਾਲ ਲੈ ਕੇ ਜਾਣ ਦੀ ਗੱਲ ਔਰ ਸੈਟਲਮੈਂਟ ਦੀ ਗੱਲ। ਯੂਕੇ ਇਸ ਵੇਲੇ ਇੱਕ ਨੰਬਰ ਦੀ ਡੈਸਟੀਨੇਸ਼ਨ ਹੈਗੀ ਆ। ਸਪੈਸ਼ਲੀ ਜਦੋਂ ਸਪਾਊਸ ਦੀ ਗੱਲ ਕਰਦੇ ਆ, ਇਟ ਇਜ਼ ਇੰਡੀਡ ਨੰਬਰ 1। ਕੈਨੇਡਾ ਸਪਾਊਸ ਤੁਹਾਡਾ ਇਕੱਠਾ ਨਹੀਂ ਜਾ ਸਕਦੇ ਹੋ, ਦੋਨੋਂ ਜਾਣੇ ਪਰਿਵਾਰ ਨੂੰ ਨਾਲ ਲੈ ਕੇ ਨਹੀਂ ਜਾ ਸਕਦੇ ਹੋ। ਬਾਅਦ 'ਚੋਂ ਸਪਾਊਸ ਨੂੰ ਜਾਣ ਲੱਗੇ ਕਿਤੇ ਨਾ ਕਿਤੇ ਸਾਲ ਕੁ ਦਾ ਟਾਈਮ ਲੱਗ ਜਾਂਦਾ ਹੈਗਾ। ਯੂਰਪ ਸਾਰੇ ਕੰਟਰੀਜ਼ ਜਿਹੜੇ ਹੈਗੇ ਸਪਾਊਸ ਨਾਲ ਨਹੀਂ ਜਾਂਦਾ। ਆਸਟ੍ਰੇਲੀਆ ਦੇ ਵਿੱਚ ਯੂਨੀਵਰਸਿਟੀਜ਼ ਨੇ ਸਪਾਊਸ ਵਾਸਤੇ ਬਹੁਤ ਸਾਰੀਆਂ ਹਰਡਲਸ ਕਰ ਦਿੱਤੀਆਂ ਹੈਗੀਆਂ। ਕੋਈ ਸਾਲ ਪੁਰਾਣੀ ਸ਼ਾਦੀ ਮੰਗਦਾ, ਕੋਈ ਕਹਿੰਦਾ ਵੀ ਸੈਲਰੀਜ਼ ਅਕਾਊਂਟ 'ਚ ਆਉਂਦੀਆਂ ਹੋਣ, ਕੋਈ ਕਹਿੰਦਾ ਵੀ ਪਹਿਲਾਂ ਇਕੱਲੇ ਸਟੂਡੈਂਟ ਦਾ ਵੀਜ਼ਾ ਅਪਲਾਈ ਕਰੋ, ਸਪਾਊਸ ਦਾ ਬਾਅਦ 'ਚੋਂ ਕਰੋ। ਅਦਰਵਾਈਜ਼ ਦੀ ਆਸਟ੍ਰੇਲੀਅਨ ਅੰਬੈਸੀ ਵੱਲੋਂ ਵੀ ਸਪਾਊਸ ਵੀਜ਼ਾ ਨੂੰ ਓਨਾ ਤਗੜਾ ਹੁੰਗਾਰਾ ਨਹੀਂ ਹੈਗਾ। ਸੋ ਇੱਥੇ ਯੂਕੇ ਕਮਸ ਟੂ ਯੋਰ ਰੈਸਕਿਊ, ਜਿੱਥੇ ਤੁਸੀਂ ਆਪਣੇ ਸਪਾਊਸ ਨਾਲ, ਆਪਣੇ ਬੱਚਿਆਂ ਨਾਲ ਇਕੱਠਾ ਵੀਜ਼ਾ ਲਵਾ ਸਕਦੇ ਹੋ। ਡੇ 1 ਤੋਂ ਸਪਾਊਸ ਨੂੰ ਫੁੱਲ ਟਾਈਮ ਵਰਕਿੰਗ ਰਾਈਟਸ ਹੈ। ਇੱਕ ਚੀਜ਼ ਮੈਂ ਇੱਥੇ ਇਮਾਨਦਾਰੀ ਨਾਲ ਐਕਸੈਪਟ ਕਰਨਾ ਚਾਹਾਂਗਾ, ਦੇਖੋ ਸਾਡੇ ਸਾਰੇ ਸਟੂਡੈਂਟਾਂ ਦਾ ਮਕਸਦ ਤੁਹਾਡਾ ਕਿਤੇ ਨਾ ਕਿਤੇ ਸੈਟਲਮੈਂਟ ਹੈ, 4 ਪੈਸੇ ਸੋਹਣੇ ਬਣਾਉਣਾ ਹੈਗਾ, ਲਾਈਫ ਅੱਗੇ ਵਧੀਆ ਕੱਟੇ, ਉਸ ਚੀਜ਼ ਦਾ ਇੰਤਜ਼ਾਮ ਕਰਨਾ ਹੈਗਾ। ਸੋ ਜਿੰਨੀ ਦੇਰ ਤੱਕ ਆਪਾਂ ਪੜ੍ਹਦੇ ਹਾਂ ਸਟਰਗਲ ਹੁੰਦੀ ਓਨੀ ਦੇਰ। ਯੂਕੇ ਦੇ ਵਿੱਚ ਜਦੋਂ ਤੁਸੀਂ ਮਾਸਟਰਸ ਕਰਨ ਜਾਂਦੇ ਹੋ ਆਪਣੇ ਸਪਾਊਸ ਦੇ ਨਾਲ, ਸਟਰਗਲ ਸਿਰਫ 9 ਤੋਂ 10 ਮਹੀਨੇ ਦੀ ਹੈ। ਅੰਡਰ 1 ਈਅਰ 'ਚ ਤੁਹਾਡਾ ਕੋਰਸ ਖਤਮ ਹੋ ਜਾਂਦਾ। ਉਸ ਤੋਂ ਬਾਅਦ ਪੂਰੇ ਪਰਿਵਾਰ ਨੂੰ, ਦੋਨਾਂ ਜਣਿਆਂ ਨੂੰ 2 ਸਾਲ ਦਾ ਵਰਕ ਪਰਮਿਟ ਹੈ। ਸਪਾਊਸ ਨੂੰ ਡੇ 1 ਤੋਂ ਹੈਗਾ। ਸੋ ਅਰਨਿੰਗ ਬਹੁਤ ਅੱਛੀ ਹੈ। ਇਫ ਯੂ ਫੋਲੋ ਮੀ, ਮੇਰੇ ਸ਼ੋਅਸ ਦੇਖਦੇ ਹੋ, ਇੱਕ ਸ਼ੋਅ ਮੈਂ ਸ਼ੇਅਰ ਕੀਤਾ ਸੀ YouTube ਦੇ ਵਿੱਚ, ਜਿਹਦੇ 'ਚ ਇੱਕ ਪ੍ਰੂਵ ਕਰਕੇ ਦਿੱਤਾ ਸੀਗਾ ਪੁਆਇੰਟ ਵੀ 1 ਸਾਲ ਦੀ ਪੜ੍ਹਾਈ ਤੇ 2 ਸਾਲ ਦਾ ਵਰਕ ਪਰਮਿਟ ਤੁਹਾਨੂੰ ਐਟ ਐਂਡ ਆਫ ਇਟ ਕਰੀਬਨ 1.5-2 ਕਰੋੜ ਰੁਪਏ ਦੀ ਸੇਵਿੰਗ ਦੇ ਦਿੰਦਾ ਹੈਗਾ, ਵਿਚ ਇਜ਼ ਕੁਆਇਟ ਹੈਂਡਸਮ ਬਾय ਐਨੀ ਸਟੈਂਡਰਡਸ। ਦੂਸਰੀ ਗੱਲ ਆ ਜਾਂਦੀ ਹੈ ਕਿ ਇਹ ਚੀਜ਼ ਵੀ ਜਿਹੜੀ ਬਹੁਤ ਮੈਟਰ ਕਰਦੀ ਹੈ, ਇਹਨੂੰ ਡਿਟੇਲ 'ਚ ਜ਼ਰੂਰ ਮੈਂ ਸਮਝਣਾ ਚਾਹੂੰਗਾ ਤਾਂ ਕਿ ਸਟੂਡੈਂਟਸ ਨੂੰ ਵੱਧ ਤੋਂ ਵੱਧ ਇਨਫੋਰਮੇਸ਼ਨ ਮਿਲੇ। ਇਕਨੋਮਿਕਸ ਕਿਵੇਂ ਵਰਕ ਕਰਦੀ ਹੈ, ਉਸ ਤੋਂ ਪਹਿਲਾਂ ਸਪਾਊਸ ਦੀ ਗੱਲ ਕਰ ਲੈਂਦੇ ਹਾਂ। ਸਪਾਊਸ ਨੂੰ ਲੈ ਕੇ ਐਂ ਲੱਗਦਾ ਹੈ ਵੀ ਯੂਕੇ ਬਹੁਤ ਲਿਬਰਲ ਹੈ, ਤੇ ਜਿਹੜੀ ਏਜ 'ਚ ਪੰਜਾਬ ਦੇ ਸਟੂਡੈਂਟ ਜਾਂਦੇ ਨੇ, ਜਾਂ ਤਾਂ ਉਹ ਇਮੀਡੀਏਟਲੀ ਉਹਨਾਂ ਦੀ ਮੈਰਿਜ ਹੋਣ ਵਾਲੀ ਹੁੰਦੀ ਹੈ ਜਾਂ ਰੀਸੈਂਟਲੀ ਮੈਰਿਡ ਹੁੰਦੇ ਨੇ। ਸੋ ਬੜੀ ਦਿੱਕਤ ਆਉਂਦੀ ਕਿਸੇ ਹੋਰ ਕੰਟਰੀ 'ਚ ਜੇ ਜਾਂਦੇ ਨੇ ਤਾਂ ਸਪਾਊਸ ਨੂੰ ਕਈ ਵਾਰ ਕਈ ਸਾਲ ਵੇਟ ਕਰਨਾ ਪੈ ਜਾਂਦਾ। ਸੋ ਯੂਕੇ ਦਾ ਸਪਾਊਸ ਵੀਜ਼ਾ ਦਾ ਪ੍ਰੋਸੈਸ ਸਟੈਪ ਬਾਏ ਸਟੈਪ ਕਿਵੇਂ ਚੱਲਦਾ, ਕਿਵੇਂ ਇਹਨੂੰ ਸਪਾਊਸ ਫਰੈਂਡਲੀ ਕਿਹਾ ਜਾ ਸਕਦਾ? ਦੇਖੋ ਸਪਾਊਸ ਫਰੈਂਡਲੀ ਤੇ ਇਹ ਗੱਲ ਹੈਗੀ, ਕੋਈ ਵੀ ਯੂਨੀਵਰਸਿਟੀ, ਮੋਸਟ ਆਫ ਦਾ ਯੂਨੀਵਰਸਿਟੀ ਜਿਹੜੀਆਂ ਅਸੀਂ ਡੀਲ ਕਰ ਰਹੇ ਹੈਗੀਆਂ, ਯੂਨੀਵਰਸਿਟੀਜ਼ ਵੱਲੋਂ ਇਹੋ ਜਿਹੀ ਕੋਈ ਵੀ ਪ੍ਰੋਬਲਮ ਨਹੀਂ ਹੈਗੀ ਹੈ ਵੀ ਸ਼ਾਦੀ ਪੁਰਾਣੀ ਚਾਹੀਦੀ ਹੈ, ਅਸੀਂ ਸਪਾਊਸ ਨੂੰ ਨਹੀਂ ਲਵਾਂਗੇ। ਉਹ ਯੂਨੀਵਰਸਿਟੀਜ਼ ਵੱਲੋਂ ਪਹਿਲੀ ਕੋਈ ਇਸ਼ੂ ਨਹੀਂ ਹੈਗਾ। ਸੈਕੰਡਲੀ ਪ੍ਰੋਸੈਸ ਇਸ ਵੇਲੇ ਯੂਕੇ ਦਾ ਚੱਲ ਰਿਹਾ, 15 ਤੋਂ 20 ਦਿਨ ਲੱਗ ਰਹੇ ਨੇ ਜੀ ਆਫਰ ਲੈਟਰ ਨੂੰ। ਮੋਸਟ ਆਫ ਦਾ ਯੂਨੀਵਰਸਿਟੀਜ਼ ਉਹ ਸਟੂਡੈਂਟ ਦੀ ਇੰਟਰਵਿਊ ਕਰ ਰਹੀਆਂ ਨੇ, ਬਟ ਦੈਨ ਇੰਟਰਵਿਊ ਤੋਂ ਘਬਰਾਉਣ ਦੀ ਕੋਈ ਗੱਲ ਨਹੀਂ ਹੈ। ਵੀ ਹੈਵ ਬਿਲਕੁਲ ਹਾਈਲੀ ਪ੍ਰੀਪੇਅਰਡ, ਹਾਈਲੀ ਸਕਿਲਫੁਲ ਸਟਾਫ ਜਿਹੜਾ ਕਿ ਸਟੂਡੈਂਟਸ ਨੂੰ ਪ੍ਰੀਪੇਅਰ ਕਰਾਉਂਦਾ। ਅੱਜ ਤੱਕ ਸਾਡਾ ਕੋਈ ਬੱਚਾ ਇੰਟਰਵਿਊ ਸਦਕਾ ਅੱਗੇ ਇਹੋ ਜਿਹੀ ਗੱਲ ਨਹੀਂ ਰਹਿ ਗਿਆ ਹੋਵੇ, ਇੰਟਰਵਿਊ ਸਦਕਾ ਕਦੀ ਕਿਸੇ ਬੱਚੇ ਨੂੰ ਪ੍ਰੋਬਲਮ ਨਹੀਂ ਹੋਈ ਹੈ। 15 ਤੋਂ 20 ਦਿਨ ਸਮਝ ਲਓ ਤੁਹਾਡੀ ਆਫਰ ਲੈਟਰ ਨੂੰ, ਦੈਨ ਯੂ ਨੀਡ 1 ਮਹੀਨਾ ਪੁਰਾਣੇ ਫੰਡ, 28 ਦਿਨ ਪੁਰਾਣੇ ਪੈਸੇ ਚਾਹੀਦੇ ਆ। 6 ਮਹੀਨੇ ਦੀ ਫੀਸ ਜਦੋਂ ਆਪਾਂ ਯੂਨੀਵਰਸਿਟੀ ਨੂੰ ਪੇ ਕਰ ਦਿੰਦੇ ਆ, ਉਸ ਤੋਂ ਇਲਾਵਾ ਸਪਾਊਸ ਜੇ ਨਾਲ ਜਾ ਰਿਹਾ ਹੈਗਾ ਤੇ ਕਿਤੇ ਨਾ ਕਿਤੇ 24-25 ਲੱਖ ਰੁਪਏ ਤੁਹਾਡੇ ਕੋਲ 1 ਮਹੀਨਾ ਪੁਰਾਣਾ ਹੋਣਾ ਚਾਹੀਦਾ। ਮਹੀਨਾ ਪਹਿਲੇ ਕਿੱਥੋਂ ਆਏ? नो क्वेश्चन आस्क्ड। ਤੁਹਾਡੀ ਫੈਮਿਲੀ ਦੀ ਇਨਕਮ ਕੀ ਹੈਗੀ ਹੈ? नो क्वेश्चन आस्क्ड। सो
ਬੜੀਆਂ ਚੀਜ਼ਾਂ ਸਿੰਪਲੀਫਾਈ ਹੋ ਗਈਆਂ ਯੂਕੇ ਦੇ ਵਿੱਚ, ਜਿਹੜੀਆਂ ਕਿ ਆਸਟ੍ਰੇਲੀਆ ਜਾਂ ਕੈਨੇਡਾ 'ਚ ਦਿੱਕਤਾਂ ਆਉਂਦੀਆਂ ਨੇ। ਸੋ ਯੂਕੇ ਨੇ ਸਟ੍ਰੀਮਲਾਈਨ ਕਰ ਦਿੱਤਾ ਪ੍ਰੋਸੈਸ ਆਪਣਾ, ਬਿਲਕੁਲ ਦੁਬਾਰਾ ਤੋਂ ਪ੍ਰਾਇੋਰਟੀ ਵੀਜ਼ਾ ਪ੍ਰੋਸੈਸਿੰਗ ਸ਼ੁਰੂ ਹੋ ਗਈ ਹੈ। ਮੀਨਸ ਜੇ ਤੁਹਾਡੀ ਸਟਾਰਟ ਡੇਟ ਨਜ਼ਦੀਕ ਹੈ ਤੇ ਹਫਤੇ ਦੇ ਵਿੱਚ ਵੀ ਤੁਹਾਡਾ ਵੀਜ਼ਾ ਪ੍ਰੋਸੈਸ ਕਰਕੇ ਐਮਬੈਸੀ ਦੇ ਦੇਗੀ। ਉਸ ਤੋਂ ਵੀ ਹੋਰ ਵੱਡੀ ਜਿਹੜੀ ਖਬਰ ਹੈਗੀ ਹੈ ਵੀ ਪਿਛਲੇ 8 ਮਹੀਨਿਆਂ 'ਚ, ਸਪੈਸ਼ਲੀ ਆਫਟਰ ਦਿਸ ਲਾਸਟ ਸੈਪਟੈਂਬਰ ਇਨਟੇਕ, ਲਾਸਟ ਈਅਰ ਸੈਪਟੈਂਬਰ ਦੇ ਵਿੱਚ ਦੇਅਰ ਵਰ ਸੋ ਮੈਨੀ ਇੰਟਰਵਿਊਜ਼, ਐਮਬੈਸੀ ਤੋਂ ਇੰਟਰਵਿਊਜ਼ ਆਈਆਂ ਸੀਗੀਆਂ। ਉਸ ਤੋਂ ਬਾਅਦ ਉਹਨਾਂ ਨੇ ਯੂਨੀਵਰਸਿਟੀਜ਼ ਨੂੰ ਗਾਈਡਲਾਈਨਸ ਦਿੱਤੀਆਂ, ਹੁਣ ਇੰਟਰਵਿਊਜ਼ ਯੂਨੀਵਰਸਿਟੀਜ਼ ਕਰ ਰਹੀਆਂ ਹੈਗੀਆਂ। ਐਮਬੈਸੀ ਵੱਲੋਂ ਪਿਛਲੇ 6-7 ਮਹੀਨੇ ਤੋਂ ਨਾਟ ਈਵਨ ਵਨ ਇੰਟਰਵਿਊ, ਇੱਕ ਵੀ ਇੰਟਰਵਿਊ ਨਹੀਂ ਆਈ ਹੈਗੀ ਹੈ। ਬਟ ਐਨੀਵੇਜ਼ ਅਸੀਂ ਆਪਣੇ ਕਲਾਇੰਟ ਨੂੰ ਪ੍ਰਿਪੇਅਰ ਕਰਕੇ ਚੱਲਦੇ ਹਾਂ, ਬਿਕਾਜ਼ ਇੰਟਰਵਿਊ ਯੂ ਨੈਵਰ ਨੋ ਕਦੋਂ ਕਿਹਦੀ ਆਣੀ ਹੈਗੀ ਆ। ਅੱਛੀ ਗੱਲ ਇਹ ਹੈ ਵੀ ਯੂਕੇ ਇੱਕ ਈਮੇਲ ਪਾਉਂਦਾ, ਤੁਹਾਨੂੰ ਕਾਲ ਕਰਦਾ ਪਹਿਲਾਂ, ਫਿਰ ਤੁਹਾਡੀ ਇੰਟਰਵਿਊ ਵਾਸਤੇ ਸਲੋਟ ਬੁੱਕ ਕਰਕੇ ਫਿਰ ਇੰਟਰਵਿਊ ਹੁੰਦੀ ਹੈ। ਸੋ ਇਸ ਸਾਰੇ ਮਾਮਲੇ 'ਚ ਯੂਕੇ ਸਕੋਰਿੰਗ ਅਪਨ ਆਲ ਅਦਰ ਆਪਸ਼ਨਸ ਜਿੰਨੀਆਂ ਵੀ ਹੈਗੀਆਂ, ਕੈਨੇਡਾ ਹੋਵੇ ਚਾਹੇ ਯੂਰਪ ਹੋਵੇ ਤੇ ਚਾਹੇ ਹੋਵੇ ਆਸਟ੍ਰੇਲੀਆ, ਯੂਕੇ ਸਾਰਿਆਂ ਦੇ ਉੱਪਰ ਸਕੋਰ ਕਰ ਰਿਹਾ ਔਰ ਅੱਛੀ ਓਪਰਚੁਨਿਟੀ ਦੇ ਰਿਹਾ। ਜੌਬ ਰੇਟਸ ਬੜੇ ਵਧੀਆ ਹੈਗੇ ਆ, ਕੰਮ ਦੀ ਕਮੀ ਕੋਈ ਨਹੀਂ ਹੈਗੀ ਹੈ ਐਂਡ ਤੁਹਾਡੇ ਕੋਲ ਚੋਇਸ ਬਹੁਤ ਲੰਬੀ ਚੌੜੀ ਹੈਗੀ। ਕਰੀਬਨ 150 ਤੋਂ ਪਲੱਸ ਯੂਨੀਵਰਸਿਟੀਜ਼ ਹੈਗੀਆਂ ਯੂਕੇ 'ਚ, ਅਲੱਗ-ਅਲੱਗ ਸ਼ਹਿਰਾਂ 'ਚ। ਆਪਾਂ ਗੱਲ ਕਰਦੇ ਨਾ ਜਦੋਂ ਆਸਟ੍ਰੇਲੀਆ ਜਾਂ ਕੈਨੇਡਾ ਦੀ ਲੈ ਦੇ ਕੇ ਗਿਣਤੀ ਦੇ 5-7 ਸ਼ਹਿਰ ਹੁੰਦੇ ਆ, ਬਾਕੀ ਜਗ੍ਹਾ ਹੁੰਦਾ ਵੀ ਆਬਾਦੀ ਬਹੁਤ ਘੱਟ ਹੈ, ਜੌਬਸ ਘੱਟ ਹੋਣਗੀਆਂ, ਓਪਰਚੁਨਿਟੀਜ਼ ਘੱਟ ਹੈਗੀਆਂ। ਸੋ ਦੈਟ ਥਿੰਗ ਵੀ ਯੂਕੇ 'ਚ ਨਹੀਂ ਹੈਗੀ ਹੈ। ਆਲਮੋਸਟ ਹਰ ਸ਼ਹਿਰ ਦੇ 'ਚ ਸੰਘਣੀ ਆਬਾਦੀ ਹੈਗੀ ਹੈ, ਗੁੱਡ ਓਪਰਚੁਨਿਟੀਜ਼ ਹੈਗੀਆਂ ਔਰ ਸਪੈਸ਼ਲੀ ਬ੍ਰੈਗਜ਼ਿਟ ਤੋਂ ਬਾਅਦ ਲੋਟਸ ਐਂਡ ਲੋਟਸ ਆਫ ਜੌਬ ਓਪਰਚੁਨਿਟੀਜ਼। ਸੁਕਾਂਤ ਜੀ, ਬੜੇ ਸਾਰੇ ਸਟੂਡੈਂਟਸ ਦੇ ਮਨ 'ਚ ਡਾਊਟ ਵੀ ਨੇ ਯੂਕੇ ਬਾਰੇ, ਇੱਕ ਇੱਕ ਕਰਕੇ ਮੈਂ ਚਾਹੂੰਗਾ ਤੁਹਾਡੇ ਐਕਸਪੀਰੀਅੰਸ ਦਾ ਫਾਇਦਾ ਲਿੱਤਾ ਜਾਵੇ ਸਟੂਡੈਂਟਸ ਲਈ, ਸਾਰੇ ਡਾਊਟਸ ਤੇ ਕਲੈਰੀਫਿਕੇਸ਼ਨ ਵੀ ਲਿੱਤੇ ਜਾਣ। ਸਭ ਤੋਂ ਪਹਿਲਾਂ ਪੱਕਾ ਨਹੀਂ ਹੋ ਸਕਦਾ, ਇਹ ਬੈਰੀਅਰ ਸਟੂਡੈਂਟ ਦੇ ਮਨ ਦੇ ਵਿੱਚ ਹੁੰਦਾ, ਇਹਨੂੰ ਲੈ ਕੇ ਤੁਹਾਡੀ ਕੀ ਇਹ ਬਹੁਤ ਵੱਡਾ ਦਿਮਾਗ ਦੇ ਵਿੱਚ ਨਾ ਇੱਕ ਪਰੇਸ਼ਾਨੀ ਹੈਗੀ ਹੈ ਵੀ ਯੂਕੇ ਯਾਰ ਕੀ ਕਰਾਂਗੇ ਜਾ ਕੇ, ਪੱਕਾ ਨਹੀਂ ਹੋ ਸਕਦਾ। ਇਹਦੇ ਦੋ ਤਰ੍ਹਾਂ ਦੇ ਜਵਾਬ ਮੈਂ ਦਊਂਗਾ। ਪਹਿਲੀ, ਪੱਕਾ ਨਹੀਂ ਹੋ ਸਕਦਾ, ਮੰਨ ਲਈ ਤੁਹਾਡੀ ਗੱਲ ਵੀ ਪੱਕੇ ਨਹੀਂ ਹੋ ਸਕਦੇ, ਬਟ ਤੁਸੀਂ ਕੈਲਕੂਲੇਟਰ ਫੜ ਕੇ ਕੈਲਕੂਲੇਟ ਕਰਕੇ ਦੇਖ ਲਓ 1 ਸਾਲ ਦੀ ਪੜ੍ਹਾਈ ਤੇ 2 ਸਾਲ ਦਾ ਵਰਕ ਵੀਜ਼ਾ ਜੋ ਮਿਨੀਮਮ ਮਿਲਣਾ, ਜਿਹਦੀ ਗਰੰਟੀ ਹੈ, ਉਸ ਤੋਂ ਬਾਅਦ ਤੁਹਾਡੀ ਜੇਬ 'ਚ 1.5 ਤੋਂ ਪੌਣੇ 2 ਕਰੋੜ ਰੁਪਇਆ ਆਪਣਾ ਹੋਏਗਾ। ਉਸ ਪੈਸੇ ਨਾਲ ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਕੁਝ ਵੀ ਕਰ ਸਕਦੇ ਹੋ। ਕੈਨੇਡਾ 20-25 ਲੱਖ ਰੁਪਏ 'ਚ ਖਰਚ ਕਰਕੇ ਅੱਜ ਕੱਲ੍ਹ LMIA ਬਣ ਜਾਂਦਾ, ਉੱਥੇ ਆਪਣੀ PR ਪਾ ਸਕਦੇ ਹੋ। ਇਹ ਤੇ ਪਹਿਲੀ ਗੱਲ ਹੋਈ ਜਦੋਂ ਮੈਂ ਮੰਨ ਗਿਆ ਤੁਹਾਡੀ ਗੱਲ ਵੀ ਪੱਕਾ ਨਹੀਂ ਹੁੰਦਾ। ਬਟ ਯੂਕੇ ਦੇ ਵਿੱਚ ਵੀ ਸੈਟਲਮੈਂਟ ਹੈਗੀ ਹੈ। ਵਾਂਸ ਯੂ ਆਰ ਦੇਅਰ, ਪੁਆਇੰਟ ਸਿਸਟਮ ਹੈਗਾ ਯੂਕੇ ਦੇ ਵਿੱਚ। ਤੁਹਾਨੂੰ 30,000 ਪਾਉਂਡ ਪਲੱਸ ਦੀ ਆਮਦਨ ਦਾ ਇੱਕ ਜੌਬ ਦਾ ਕੰਟਰੈਕਟ ਚਾਹੀਦਾ ਹੈਗਾ। ਯੂ ਕੈਨ ਅਪਲਾਈ ਯੋਰ ਪਰਮਾਨੈਂਟ ਵੀਜ਼ਾ ਆਲਸੋ। ਯੂਕੇ ਨਾ PR ਨਾਮ ਦੀ ਚੀਜ਼ ਨਹੀਂ ਹੈਗੀ, ਬਟ ਉਹਨੂੰ ਕਹਿੰਦੇ ਇਨਡੈਫੀਨਿਟ ਵੀਜ਼ਾ। ਤੁਸੀਂ 5 ਸਾਲ ਯੂਕੇ ਵਰਕ ਪਰਮਿਟ ਤੇ ਰਹਿ ਲੈਂਦੇ ਹੋ, ਯੂ ਕੈਨ ਅਪਲਾਈ ਫॉर ਐਨ ਇਨਡੈਫੀਨਿਟ ਵੀਜ਼ਾ। 7ਵੇਂ ਸਾਲ ਯੂ ਕੁਆਲੀਫਾਈ ਫॉर ਸਿਟੀਜ਼ਨਸ਼ਿਪ, ਜੋ ਕਿ ਅਪਲਾਈ ਕੀਤਿਆਂ ਤੇ ਮਿਲ ਜਾਂਦੀ ਹੈ। ਹੈਰਾਨ ਹੋਵੋਗੇ ਸੁਣ ਕੇ, ਇਸ ਵੇਲੇ ਟੀਅਰ 2 ਕੈਟੇਗਰੀ ਕਹਿੰਦੇ ਉਹਨੂੰ, ਉਹਦੇ 'ਚ ਹੱਸ ਕੇ 3 ਤੋਂ 5 ਸਾਲ ਤੱਕ ਦੇ ਵਰਕ ਪਰਮਿਟ ਬਹੁਤ ਵਧੀਆ ਤਰੀਕੇ ਨਾਲ ਲੱਗ ਰਹੇ ਨੇ। ਬਹੁਤ ਸਾਰੇ ਮੇਰੇ ਕਲਾਇੰਟਸ ਨੇ ਉੱਥੇ ਜਾ ਕੇ ਸ਼ਿਫਟ ਕੀਤਾ 3 ਤੋਂ 5 ਸਾਲ ਦੇ ਵੀਜ਼ਾ 'ਚ। ਵਾਂਸ ਯੂ ਆਰ ਦੇਅਰ, ਸਿਸਟਮ 'ਚ ਪੈ ਜਾਂਦੇ ਹੋ, ਸੈਟਲਮੈਂਟ ਹੋਏਗੀ, ਇਨਡੈਫੀਨਿਟ ਵੀਜ਼ਾ ਹੋਏਗਾ, ਸਿਟੀਜ਼ਨਸ਼ਿਪ ਵੀ ਹੋਏਗੀ ਐਂਡ ਸਪੈਸ਼ਲੀ ਸਪਾਊਸ ਕੇਸਿਸ ਨਾਲ ਜਦੋਂ ਜਾਂਦੇ ਹੋ, ਮੈਰਿਜ ਤੋਂ ਬਾਅਦ ਜਾ ਰਹੇ ਹੋ, ਇਫ ਯੂ ਹੈਵ ਅ ਚਾਈਲਡ ਦੇਅਰ, ਉਹ ਚਾਈਲਡ ਦੀ ਤਾਂ ਗਰੰਟਿਡ ਸਿਟੀਜ਼ਨਸ਼ਿਪ ਉੱਥੇ ਦੀ ਹੈ ਹੀ ਹੈ ਜੀ। ਸੋ ਬੈਸਟ ਇਨਵੈਸਟਮੈਂਟ ਕਹੀ ਜਾ ਸਕਦੀ, ਇਨਵੈਸਟਮੈਂਟ ਤੇ ਜਿਹੜੀ ਰਿਟਰਨ ਹੈ ਉਹ ਵਧੀਆ ਹੈ ਬਹੁਤ। ਬਿਲਕੁਲ ਜੀ, ਦੇਖੋ ਮੈਂ ਉਹੀ ਕਹਿ ਰਿਹਾ ਨਾ, ਜਦੋਂ ਵੀ ਆਪਾਂ ਕਹਿੰਦੇ ਕੋਈ ਵੀ ਕੰਮ ਕਰਦੇ ਹਾਂ, ਰਿਟਰਨ ਔਨ ਇਨਵੈਸਟਮੈਂਟ ROI, ਇਸ ਚੀਜ਼ ਬਾਰੇ ਦੇਖਦੇ ਹਾਂ, ਉਹਨੂੰ ਕੈਲਕੂਲੇਟ ਕਰੋਗੇ ਵਿਜ਼ ਕੈਨੇਡਾ, ਵਿਜ਼ ਆਸਟ੍ਰੇਲੀਆ, ਤੁਹਾਨੂੰ ਇਸ ਵੇਲੇ ਯੂਕੇ ਹਾਈਐਸਟ ROI ਦੇਗਾ। ਸੋ ਬਹੁਤ ਵਧੀਆ ਲੂਕਰੇਟਿਵ ਤਰੀਕੇ ਨਾਲ ਤੁਸੀਂ ਸਮਝਾਇਆ। ਟ੍ਰੈਂਡ ਕੀ ਹੈ ਕਿ ਸਟੂਡੈਂਟ ਸਮਝ ਗਏ ਨੇ, ਪ੍ਰੈਜ਼ੈਂਟਲੀ ਜ਼ਿਆਦਾ ਜਾ ਰਹੇ ਨੇ ਪ੍ਰੀਵੀਅਸ ਈਅਰਸ ਦੇ ਮੁਕਾਬਲੇ? ਟ੍ਰੈਂਡ ਇਹ ਹੈ ਜੀ, ਹਾਲੇ ਵੀ ਇੱਕ ਇਮਾਨਦਾਰੀ ਨਾਲ ਜੇ ਗੱਲ ਕਰੀਏ, ਟ੍ਰੈਂਡ ਇਹ ਹੈ ਲੋਕੀ ਸਮਝਦੇ ਯੂਕੇ ਜਾ ਰਹੇ ਆ ਤੇ ਅਸੀਂ ਏਜੰਟ ਤੇ ਅਹਿਸਾਨ ਕਰ ਰਹੇ ਹਾਂ, ਕੰਸਲਟੈਂਟ ਤੇ ਅਹਿਸਾਨ ਕਰ ਰਹੇ ਹਾਂ, ਜਾਂ ਕੁਝ ਹੋਰ ਬਚਿਆ ਨਹੀਂ ਤੇ ਤਾਂ ਯੂਕੇ ਜਾ ਰਹੇ ਹਾਂ। ਇਹ ਫੀਲਿੰਗ ਕੱਢ ਲਓ ਥੋੜੀ ਜੀ। ਯੂਕੇ ਇਸ ਵੇਲੇ ਫਸਟ ਚੋਇਸ ਹੈਗੀ ਹੈ। ਲੋਕੀ ਕੈਨੇਡਾ ਤੋਂ ਰਿਫਿਊਜ਼ ਹੋਣ ਤੋਂ ਬਾਅਦ, ਆਸਟ੍ਰੇਲੀਆ ਤੋਂ ਰਿਫਿਊਜ਼ ਹੋਣ ਤੋਂ ਬਾਅਦ, ਜਾਂ 5-7 ਮਹੀਨੇ ਵੇਸਟ ਕਰਨ ਤੋਂ ਬਾਅਦ ਫਿਰ ਯੂਕੇ ਦਾ ਰੁੱਖ ਕਰ ਰਹੇ ਨੇ। ਤੁਸੀਂ ਡੇ 1 ਤੋਂ ਚੋਇਸ ਯੂਕੇ ਬਣਾ ਕੇ ਚੱਲਦੇ ਹੋ, ਆਪਣੀ ਮਰਜ਼ੀ ਦੀ ਯੂਨੀਵਰਸਿਟੀ ਲੈ ਸਕਦੇ ਹੋ, ਪਲੈਨਿੰਗ ਕਰਕੇ ਜਾ ਸਕਦੇ ਹੋ ਔਰ ਵਧੀਆ ਤਰੀਕੇ ਨਾਲ ਬਿਨਾਂ ਪੈਸੇ ਵੇਸਟ ਕੀਤੇ ਦੂਸਰੇ ਕੰਟਰੀਜ਼ ਦੇ ਉੱਪਰ ਡੇ 1 ਤੇ ਯੂਕੇ ਅਪਲਾਈ ਕਰਦੇ ਹੋ ਤੇ ਤਕਰੀਬਨ 1.5-2 ਲੱਖ ਦੀ ਸੇਵਿੰਗ ਕਰ ਸਕਦੇ ਹੋ, ਜਿਹੜਾ ਦੂਸਰੀ ਜਗ੍ਹਾ ਬਰਬਾਦ ਕਰਨ ਤੋਂ ਬਾਅਦ ਆਪਾਂ ਅਪਲਾਈ ਕਰਨਾ। ਸਟੱਡੀ ਕਰੋ, ਚੀਜ਼ ਨੂੰ ਸਾਰੀ ਨੂੰ ਸਮਝੋ, ਪ੍ਰੋਜ਼ ਐਂਡ ਕੌਨਸ ਦੇਖੋ, ਪਲੱਸ ਐਂਡ ਮਾਈਨਸ ਦੇਖੋ, ਕੀ ਘਾਟਾ ਹੈ ਕੀ ਵਾਧਾ, ਸਾਰਿਆਂ ਨੂੰ ਸਟੱਡੀ ਕਰਕੇ ਡਿਸੀਜਨ ਲਓਗੇ ਤੇ ਇੱਕ ਸਿਆਣਾ ਬੰਦਾ ਯੂਕੇ ਜਾਣ ਤੋਂ ਗੁਰੇਜ਼ ਨਹੀਂ ਕਰਦਾ।
ਇੱਕ ਇਹ ਵੀ ਗੱਲ ਸੁਣਨ ਚ ਆਉਂਦੀ ਹੈ UK ਤੋਂ ਵੀ ਕੈਨੇਡਾ ਜਾਇਆ ਜਾ ਸਕਦਾ ਹੈ। ਇਸ ਗੱਲ ਨੂੰ ਤੁਸੀਂ ਕਿੰਨਾ ਕੁ ਪ੍ਰੈਕਟੀਕਲ ਮੰਨਦੇ ਹੋ? ਬਿਲਕੁਲ ਜੀ, ਦੇਖੋ ਕਈਆਂ ਦੀ ਜਿਨ੍ਹਾਂ ਦੇ ਫੈਮਲੀਜ਼ ਹੀ ਕੈਨੇਡਾ 'ਚ ਹੈਗੀਆਂ, ਉਹ ਜਾਣਾ ਚਾਹੁੰਦੇ ਕੈਨੇਡਾ ਬਟ ਕਿਤੇ ਨਾ ਕਿਤੇ ਕੁਆਲੀਫਾਈ ਨਹੀਂ ਕਰ ਰਹੇ ਹੈਗੇ ਆ। ਵਨਸ ਤੁਸੀਂ UK ਸਟੂਡੈਂਟ ਵੀਜ਼ਾ ਤੇ ਹੈਗੇ ਹੋ, 6-8 ਮਹੀਨੇ ਉੱਤੇ ਪ੍ਰੋਪਰ ਤਰੀਕੇ ਨਾਲ ਸਿਸਟਮ 'ਚ ਚੱਲ ਰਹੇ ਹੋ, ਤੁਹਾਡੀ ਸੈਲਰੀਜ਼ ਅਕਾਊਂਟ 'ਚ ਆ ਰਹੀਆਂ ਹੈਗੀਆਂ, ਤੁਹਾਡੇ ਕੋਲ ਪ੍ਰੋਪਰ ਡਾਕੂਮੈਂਟਸ UK ਦੇ ਹੈਗੇ ਆ, ਉੱਥੋਂ ਕੈਨੇਡਾ ਦਾ ਟੂਰਿਸਟ ਵੀਜ਼ਾ ਲੱਗਣਾ ਇਜ਼ ਹਾਰਡਲੀ ਅ ਪ੍ਰੋਬਲਮ। ਬਿਲਕੁਲ 1% ਵੀ ਪ੍ਰੋਬਲਮ ਨਹੀਂ ਹੈ। ਮੈਂ ਆਪਣੇ ਕਈ ਸਟੂਡੈਂਟਸ ਦੇ ਉੱਥੋਂ ਕੈਨੇਡਾ ਦੇ ਟੂਰਿਸਟ ਵੀਜ਼ਾਸ ਲਵਾਏ ਨੇ। ਸੋ ਸਪਾਊਸ ਲਈ ਬਹੁਤ ਵਧੀਆ ਹੈ। ਸੈਟਲਮੈਂਟ ਦੇ ਲਿਹਾਜ਼ ਨਾਲ ਵੀ ਕਿਤੇ ਨਾ ਕਿਤੇ UK ਨੂੰ ਜਸਟੀਫਾਈ ਕੀਤਾ ਸੁਕਾਨ ਜੀ ਨੇ। ਸੋ ਹੁਣ ਗੱਲ ਕਰਦੇ ਹਾਂ ਪ੍ਰੋਸੈਸ ਦੀ। UK ਜਾਇਆ ਕਿਸ ਤਰੀਕੇ ਨਾਲ ਜਾ ਸਕਦਾ ਹੈ, ਕਿੰਨੇ ਕੁ ਪੈਸੇ ਲੱਗਦੇ ਆ, ਐਜੂਕੇਸ਼ਨ ਕੁਆਲੀਫਿਕੇਸ਼ਨ ਕਿਸ ਤਰੀਕੇ ਨਾਲ UK ਦੇਖਦਾ ਹੈ, ਇੰਗਲਿਸ਼ ਦਾ ਜਿਹੜਾ ਸਕੋਰ ਹੈ IELTS ਵਗੈਰਾ ਉਹਨਾਂ ਨੂੰ UK ਕਿਸ ਤਰੀਕੇ ਨਾਲ ਚੈੱਕ ਕਰਦਾ ਹੈ ਜੀ। PG ਪ੍ਰੋਗਰਾਮ ਲਈ ਤੁਸੀਂ ਜਾਣਾ ਬੇਸਿਕਲੀ 6 ਬੈਂਡਸ ਦੀ ਰਿਕੁਆਇਰਮੈਂਟ ਹੈਗੀ ਜੀ, ਨੋ ਬੈਂਡ ਲੈਸ ਦੈਨ 5.5। ਗੈਪ ਇਜ਼ ਨਾਟ ਅ ਬਿਗ ਇਸ਼ੂ। ਤੁਸੀਂ 7-8-10 ਸਾਲ ਪਹਿਲਾਂ ਵੀ ਆਪਣੀ ਬੈਚਲਰਸ ਕੀਤੀ ਹੈਗੀ ਹੈ, ਆਪਣਾ ਪ੍ਰੂਵ ਕਰ ਸਕਦੇ ਹੋ ਵੀ ਰਿਮੇਨਿੰਗ ਟਾਈਮ ਦੇ ਵਿੱਚ ਤੁਸੀਂ ਜੌਬ ਵਗੈਰਾ ਕਿੱਥੇ ਕੀਤੀ ਹੈਗੀ ਹੈ, ਤੇ ਕੋਈ ਇਸ਼ੂ ਨਹੀਂ ਹੈਗਾ। IELTS ਤੋਂ ਬਿਨਾਂ ਵੀ ਬਹੁਤ ਸਾਰੀ ਯੂਨੀਵਰਸਿਟੀਜ਼ ਹੈਗੀਆਂ, ਅਲੱਗ-ਅਲੱਗ ਉਹਨਾਂ ਦੀ ਰਿਕੁਆਇਰਮੈਂਟਸ ਹੈਗੀਆਂ। ਕੁਝ ਯੂਨੀਵਰਸਿਟੀਜ਼ 2018-19 ਲਾਸਟ ਉਹਨਾਂ ਨੇ ਰੱਖਿਆ, ਬੈਚਲਰਸ ਤੁਹਾਡੀ 2-3 ਸਾਲ ਤੋਂ ਪੁਰਾਣੀ ਨਹੀਂ ਹੋਣੀ ਚਾਹੀਦੀ ਹੈ, 60% ਮਾਰਕਸ ਹੋਣੇ ਚਾਹੀਦੇ ਨੇ ਬੈਚਲਰ ਜੇ ਬਿਨਾਂ IELTS ਤੋਂ ਜਾ ਰਹੇ ਹੋ। IELTS ਤੁਹਾਡੇ ਕੋਲ 6 ਬੈਂਡ ਹੈਗਾ, ਬਹੁਤ ਸਾਰੀਆਂ ਚੀਜ਼ਾਂ ਵੇਵ ਆਫ ਹੋ ਜਾਂਦੀਆਂ, ਮਾਰਕਸ ਵਗੈਰਾ 55 ਵੀ ਆ 52 ਵੀ ਹੈਗੇ, ਕੋਈ ਇਸ਼ੂ ਨਹੀਂ ਆਉਂਦਾ। +2 ਤੋਂ ਬਾਅਦ ਜਾ ਰਹੇ ਹੋ 5.5 ਈਚ ਬੈਂਡ ਦੀ ਰਿਕੁਆਇਰਮੈਂਟ ਹੈਗੀ ਹੈ। ਤੁਸੀਂ ਉਸ ਤੋਂ ਘੱਟ ਤੁਹਾਡਾ ਸਕੋਰ ਆ ਰਿਹਾ, UKVI IELTS ਹੈਗਾ, UKVI IELTS 5 ਬੈਂਡ, 1-2 ਸਬ ਸਕੋਰ ਤੁਹਾਡੇ 4.5 ਵੀ ਹੈਗੇ ਤਾਂ ਵੀ ਜਾ ਸਕਦੇ ਹੈਗੇ ਹੋ, ਬਿਨਾਂ ਇੰਟਰਵਿਊਜ਼ ਤੋਂ, ਬਿਨਾਂ ਕਿਸੇ ਐਸੀ ਲੰਬੀ ਚੌੜੀ ਫਾਰਮੈਲਿਟੀਜ਼ ਤੋਂ ਹੋ ਸਕਦਾ। +2 ਤੁਹਾਡੀ 2020-21 ਦੀ ਹੈਗੀ ਹੈ, ਮਾਰਕਸ ਇੰਗਲਿਸ਼ ਤੋਂ 80% ਹੈਗੇ ਹੈ, ਤਾਂ ਬਿਨਾਂ IELTS ਤੋਂ ਵੀ UK ਅਪਲਾਈ ਕਰ ਸਕਦੇ ਹੋ। ਸੋ ਨਟਸ਼ੈਲ ਬੜੀਆਂ ਬੇਸਿਕ ਜਿਹੀਆਂ ਰਿਕੁਆਇਰਮੈਂਟਸ ਹੈਗੀਆਂ UK ਦੀਆਂ, ਕੋਈ ਰੌਕਟ ਸਾਇੰਸ ਨਹੀਂ ਹੈਗੀ ਹੈ। +2 ਦੇ ਮਾਰਕਸ ਘੱਟ ਹੈਗੇ ਆ, IELTS ਤੁਹਾਡੇ ਕੋਲ ਹੈਗਾ, ਤੇ UK ਜਾਣਾ ਕੋਈ ਮੁਸ਼ਕਲ ਕੰਮ ਨਹੀਂ ਆ। ਮੁਸ਼ਕਲ ਕਿੱਥੇ ਆਉਂਦੀ ਹੈਗੀ ਹੈ, ਯੂ ਹੈਵ ਟੂ ਚੂਜ਼ ਦਾ ਯੂਨੀਵਰਸਿਟੀ, ਵੀ ਕਿਹੜੀ ਯੂਨੀਵਰਸਿਟੀ 'ਚ ਪ੍ਰੋਸੈਸਿਸ ਈਜ਼ੀ ਹੈਗੇ ਆ। ਤੁਹਾਡਾ ਕੰਸਲਟੈਂਟ ਤੁਹਾਨੂੰ ਉਹ ਯੂਨੀਵਰਸਿਟੀ ਆਫਰ ਕਰ ਸਕਦਾ ਹੈਗਾ ਜਿੱਥੇ ਈਜ਼ੀ ਪ੍ਰੋਸੈਸਿਸ ਨਾਲ ਕੈਸ਼ ਗਰੰਟੀਡ ਹੋਵੇ। ਦਿੱਕਤ ਉੱਥੇ ਹੀ ਆਉਂਦੀ ਹੈ ਜਦੋਂ ਸਟੂਡੈਂਟ ਇੱਕ ਲੈ ਕੇ ਆਉਂਦਾ, ਮੇਰਾ ਰਿਸ਼ਤੇਦਾਰ ਜੀ ਫਲਾਣੇ ਸ਼ਹਿਰ 'ਚ ਹੈ, ਉਹਦੇ ਘਰ ਦੇ ਲਾਗੇ ਉਹ ਯੂਨੀਵਰਸਿਟੀ ਹੈ, ਤੇ ਕੰਸਲਟੈਂਟ ਤੁਹਾਡੇ ਸਮਝ ਲਓ ਟੈਨਸ਼ਨ 'ਚ ਆ ਕੇ ਜਾਂ ਕਲਾਇੰਟ ਨੂੰ ਰਿਟੇਨ ਕਰਨ ਦੇ ਸਦਕਾ ਕਹਿੰਦਾ ਮੈਂ ਇੱਥੇ ਹੀ ਕਰਾ ਦਾਂਗਾ ਜੀ, ਕੋਈ ਗੱਲ ਨਹੀਂ। ਕੁਛ ਇੱਕ ਯੂਨੀਵਰਸਿਟੀਜ਼ ਮੈਂ ਨਾਮ ਲੈ ਲੈਂਦਾ, ਮਿਡਲਸੈਕਸ ਯੂਨੀਵਰਸਿਟੀ, ਕਵੈਂਟਰੀ ਯੂਨੀਵਰਸਿਟੀ, ਹੋਰ ਇਹੋ ਜਿਹੀਆਂ 5-7 ਹੋਰ ਯੂਨੀਵਰਸਿਟੀ ਸੀਗੀਆਂ ਜਿਨ੍ਹਾਂ ਦੇ ਵਿੱਚ ਆਫਰ ਲੈਟਰ ਤੇ ਨਿਕਲ ਆਉਂਦੀ ਹਫਤੇ ਦੇ ਵਿੱਚ ਹੀ। ਯੂਨੀਵਰਸਿਟੀ ਆਫ ਲਾਅ ਸੀਗੀ, ਯੂਨੀਵਰਸਿਟੀ ਆਫ ਕ੍ਰੀਏਟਿਵ ਆਰਟਸ ਸੀ, ਆਫਰ ਲੈਟਰ ਤੇ 5-7 ਦਿਨ 'ਚ ਤੁਹਾਡੇ ਹੱਥ ਪਕੜਾ ਦਿੰਦੇ ਆ। ਫੀਸ ਪੇ ਹੋਣ ਤੋਂ ਬਾਅਦ ਫਿਰ ਕਦੀ 1 ਵਾਰੀ ਇੰਟਰਵਿਊ ਹੁੰਦੀ, ਕਦੀ 2 ਵਾਰੀ ਇੰਟਰਵਿਊ ਹੁੰਦੀ ਹੈ, 3-3 4-4 ਮਹੀਨੇ ਕਾਸ ਨਹੀਂ ਨਿਕਲਦਾ। ਉੱਥੇ ਕੰਸਲਟੈਂਟ ਦਾ ਰੋਲ ਆਉਂਦਾ ਹੈਗਾ, ਬਹੁਤ ਇੰਪੋਰਟੈਂਟ ਰੋਲ ਹੈਗਾ, ਵੀ ਤੁਹਾਨੂੰ ਗਾਈਡ ਕਰਨਾ ਵੀ ਕਿੱਥੋਂ ਅਸੀਂ ਕਾਸਟ ਲੈਟਰ ਤੁਹਾਡੀ ਜਲਦੀ ਕਢਵਾ ਸਕਦੇ ਹੈਗੇ ਆ। ਬਿਕਾਜ਼ ਕਾਸਟ ਨਿਕਲ ਜਾਂਦਾ ਹੈਗਾ, ਵੀਜ਼ਾ ਮੇਰੇ ਕੋਲ ਲਵਾ ਲਓ, ਕੋਈ ਪ੍ਰੋਬਲਮ ਨਹੀਂ ਹੈਗੀ ਜੀ। ਪ੍ਰੋਸੈਸਿੰਗ ਦਾ ਟਾਈਮ ਅਦਰਵਾਈਜ਼ ਜਨਰਲੀ ਕਿੰਨਾ ਕੁ ਹੈ, ਤੇ ਹੁਣ ਪ੍ਰੈਜ਼ੈਂਟਲੀ ਕਿਹੜੇ ਇਨਟੇਕ ਵਾਸਤੇ ਸਟੂਡੈਂਟਸ ਅਪਲਾਈ ਕਰ ਸਕਦੇ? ਕਰੰਟਲੀ ਅੰਬੈਸੀ ਜਿਹੜੀ ਨਾ ਜੀ ਮਹੀਨਾ ਕੁ ਲੈ ਰਹੀ ਹੈਗੀ ਹੈ। ਹੁਣ ਜਿਸ ਤਰ੍ਹਾਂ ਮੈਂ ਪਹਿਲੇ ਵੀ ਦੱਸ ਹਟਿਆ ਵੀ ਪ੍ਰਾਇੋਰਟੀ ਵੀਜ਼ਾਸ ਵੀ ਓਪਨ ਕਰਤੇ ਹੈਗੇ UK ਨੇ। ਸੋ ਸੈਪਟੰਬਰ ਇਨਟੇਕ ਨੂੰ ਕਰੰਟਲੀ ਲੈ ਕੇ ਚੱਲ ਰਹੇ ਆ ਜੀ, ਐਂਡ ਇਟਸ ਫਿਲਿੰਗ ਅਪ ਵੈਰੀ ਫਾਸਟ। ਤੁਹਾਨੂੰ ਇਸ ਵੇਲੇ ਲੱਗ ਭਾਵੇਂ ਰਿਹਾ ਵੀ 2-2.5 ਮਹੀਨੇ ਪਏ ਨੇ ਸੈਪਟੰਬਰ ਦੇ ਵਿੱਚ, ਬਟ ਬਹੁਤ ਫਾਸਟ ਫਿਲਅਪ ਹੋ ਰਿਹਾ। ਅੱਛੀ ਯੂਨੀਵਰਸਿਟੀਜ਼ ਆਲਰੇਡੀ ਫੁੱਲ ਹੋ ਚੁੱਕੀਆਂ ਨੇ ਸੈਪਟੰਬਰ ਦੀਆਂ, ਬਟ ਫੋਰਚੂਨੇਟਲੀ ਵੀ ਡੂ ਹੈਵ, ਅਸੀਂ ਕੁਝ ਅਰੇਂਜਮੈਂਟਸ ਕੀਤੇ ਯੂਨੀਵਰਸਿਟੀ ਨਾਲ, ਸਾਡੇ ਲਈ ਯੂਨੀਵਰਸਿਟੀ ਨੇ ਸੀਟਸ ਰਿਜ਼ਰਵ ਰੱਖੀਆਂ ਗਈਆਂ ਜਿਹੜੀਆਂ ਤੁਹਾਨੂੰ ਲੈ ਕੇ ਦੇ ਸਕਦੇ ਹਾਂ ਜੀ। ਸੋ ਕਿਸ ਤਰੀਕੇ ਦੇ ਪ੍ਰੋਫਾਈਲਸ ਨੇ? ਬਹੁਤ ਸਾਰੇ ਸਟੂਡੈਂਟਸ ਦੇ ਮਨ ਦੇ ਵਿੱਚ ਬਹੁਤ ਸਾਰੇ ਕੰਟਰੀਜ਼ ਨੇ, ਕੋਈ ਕੈਨੇਡਾ ਲਈ ਅਪਲਾਈ ਕਰ ਰਿਹਾ ਸੀਗਾ, ਸਮਹਾਉ ਉਹਦਾ ਨਹੀਂ ਬਣਿਆ, ਕੋਈ ਆਸਟ੍ਰੇਲੀਆ ਲਈ ਅਪਲਾਈ ਕਰ ਰਿਹਾ ਸੀ। ਤੁਸੀਂ ਆਪਣੇ ਐਕਸਪੀਰੀਅੰਸ ਦੇ ਹਿਸਾਬ ਨਾਲ ਐਜ਼ ਅ ਕੰਸਲਟੈਂਟ ਕਿੱਦਾਂ ਦੇ ਪ੍ਰੋਫਾਈਲਸ ਵਾਲਿਆਂ ਨੂੰ ਕਹੋਗੇ ਕਿ ਉਹ UK ਅਪਲਾਈ ਕਰਨ? ਦੇਖੋ 1/5 ਨਾਲ ਇੱਕ ਚੀਜ਼ ਤਾਂ ਸਮਝ ਲਓ, ਕੈਨੇਡਾ ਖਤਮ ਹੋ ਗਿਆ ਤੁਹਾਡਾ। 1/5 ਹੈ, ਕੈਨੇਡਾ ਅਪਲਾਈ ਕਰਨ ਦਾ 1% ਵੀ ਫਾਇਦਾ ਨਹੀਂ, ਵੀਜ਼ਾ ਨਹੀਂ ਲੱਗਣਾ, $1.5 ਲੱਖ ਰੁਪਏ ਬਰਬਾਦ ਕਰੋਗੇ, 2-3 ਮਹੀਨੇ ਖਰਾਬ ਕਰੋਗੇ। ਸੋ 1/5 ਵਾਲੇ ਕੈਨੇਡਾ ਜਾਣ ਦਾ ਬਿਲਕੁਲ ਵਿਚਾਰ ਤਿਆਗ ਦਿਓ, ਜਾਂ 6 ਈਚ ਲਓ ਤੇ ਫਿਰ ਟਰਾਈ ਕਰੋ, ਨਹੀਂ ਤੇ UK ਵਰਗੇ ਕੰਟਰੀ ਨੂੰ ਮਿਸ ਨਾ ਕਰਿਓ। ਇਹ ਨਾਲ ਮੈਂ ਤੁਹਾਨੂੰ ਦੱਸਾਂਗਾ, ਨੰਬਰ ਸਾਡਾ ਸਾਹਮਣੇ ਸਕਰੀਨ ਤੇ ਹੈਗਾ 9216355355। ਡਿਊਰਿੰਗ ਦਾ ਸ਼ੋਅ ਤੁਹਾਨੂੰ ਕੋਈ ਵੀ ਗੱਲ ਲੱਗਦੀ ਹੈਗੀ ਹੈ, ਕੁਝ ਸਮਝਣਾ ਚਾਹੁੰਦੇ ਹੋ, ਕਾਲ ਕਰ ਸਕਦੇ ਹੋ, ਮੇਰੀ ਟੀਮ ਉੱਥੇ ਹੈਗੀ ਹੈ, ਮੇਰੇ ਨਾਲ ਵੀ ਤੁਹਾਡੀ ਗੱਲ ਕਰਾਈ ਜਾ ਸਕਦੀ ਹੈਗੀ ਹੈ, ਤੇ ਕਦੀ ਵੀ ਕਾਲ ਕਰ ਸਕਦੇ ਹੋ। ਤੁਹਾਨੂੰ ਮੈਂ ਗੱਲ ਦਾ ਜਿਹੜੀ ਦੱਸ ਰਿਹਾ 5.5 ਇੱਕ 'ਚੋਂ ਹੈਗੇ ਆ, ਕੈਨੇਡਾ ਦਾ ਸੁਪਨਾ ਲੈ ਕੇ ਬੈਠੇ ਹੋ, ਸੁਪਨਾ ਹੀ ਰਹਿ ਜਾਣਾ, UK ਵਾਲੇ ਪਾਸੇ ਜਾਓ। ਤੁਸੀਂ 2019-20 ਪਾਸ ਆਊਟ ਹੈਗੇ ਹੋ,
+2 ਤੋਂ ਬਾਅਦ। ਆਸਟ੍ਰੇਲੀਆ ਇਸ ਵੇਲੇ 2021 ਵਾਲੇ ਪ੍ਰੋਫਾਈਲਸ ਚੱਕ ਰਿਹਾ, 2020 ਵਾਲੇ ਯੂਨੀਵਰਸਿਟੀਜ਼ 'ਚ ਦਾਖਲੇ ਨਹੀਂ ਹੋ ਰਹੇ। ਸੋ ਤੁਹਾਡੇ ਕੋਲ ਚੋਇਸ ਬਚਦੀ ਯੂਕੇ ਦੀ ਆ। ਅਗੇਨ ਇਹ ਕੰਪਰੋਮਾਈਜ਼ ਨਹੀਂ ਹੈਗਾ, ਯੂਕੇ ਨਾਲ ਸਾਰਿਆਂ ਨਾਲ ਇਸ ਵੇਲੇ ਵਧੀਆ ਫੈਸਿਲਿਟੀਜ਼ ਦੇ ਰਿਹਾ। ਜੌਬਸ ਦੀ ਵੀ ਗੱਲ ਕਰ ਲੈਂਦੇ ਹਾਂ ਜੀ। ਯੂਕੇ ਪਹੁੰਚਣ ਤੋਂ ਬਾਅਦ ਦਾ ਸਿਨੈਰੀਓ ਵੀ ਥੋੜਾ ਡਿਸਕਸ ਕਰ ਲਈਏ। ਜੌਬ ਕਿੰਨੀ ਈਜ਼ੀਲੀ ਮਿਲ ਰਹੀ ਹੈ, ਜੌਬ ਬਹੁਤ ਈਜ਼ੀ ਮਿਲ ਰਹੀਆਂ ਜੀ ਉੱਥੇ। ਉਹਦਾ ਇੱਕ ਵੱਡਾ ਟੈਕਨੀਕਲ ਰੀਜ਼ਨ ਹੈਗਾ, ਯੂਕੇ ਨੇ 1.5 ਸਾਲ ਪਹਿਲਾਂ ਕੀਤਾ ਬ੍ਰੈਗਜ਼ਿਟ ਦਾ ਮਤਲਬ ਪੰਜਾਬੀ ਭਾਸ਼ਾ 'ਚ ਸਿੱਧਾ ਸਮਝੋ, ਯੂਕੇ ਨੇ ਯੂਰੋਪੀਅਨ ਯੂਨੀਅਨ ਨਾਲ ਆਪਣਾ ਇੱਕ ਐਗਰੀਮੈਂਟ ਕੈਂਸਲ ਕਰ ਦਿੱਤਾ। ਉੱਥੋਂ ਲੋਕਾਂ ਦਾ ਆਣਾ, ਜਿਹੜੇ ਯੂਰਪ ਦੇ ਗਰੀਬ ਕੰਟਰੀ ਸੀਗੇ, ਉੱਥੋਂ ਲੇਬਰ ਆਉਂਦੀ ਸੀਗੀ ਯੂਕੇ, ਉਹ ਆਣੀ ਬੰਦ ਹੋ ਗਈ। ਹੁਣ ਉਹ ਲੇਬਰ ਕਿੱਥੋਂ ਆ ਰਹੀ? ਸਟੂਡੈਂਟਸ ਦੇ ਰੂਪ 'ਚ ਸਟੂਡੈਂਟਸ ਜਾ ਰਹੇ ਨੇ ਇੰਡੀਆ ਵਰਗੇ ਕੰਟਰੀਜ਼ ਤੋਂ, ਜਿਹੜਿਆਂ ਨੂੰ ਜਾ ਕੇ ਉਹਨਾਂ ਸਟੂਡੈਂਟਸ ਨੂੰ ਮਿਲ ਰਹੇ ਪਾਰਟ ਟਾਈਮ ਜੌਬਸ, ਉੱਥੇ ਵਾਲੇ ਲੋਕਾਂ ਨੂੰ ਮਿਲ ਰਹੀ ਲੇਬਰ। ਸੋ ਦੋਨਾਂ ਦਾ ਮਸਲਾ ਹੱਲ ਹੋ ਰਿਹਾ ਔਰ ਕਿਤੇ ਨਾ ਕਿਤੇ 8 ਤੋਂ 10 ਪਾਉਂਡ ਦੇ ਵਿੱਚ ਪਰ ਆਵਰ ਵੇਜ ਰੇਟਸ ਦੇ ਵਿੱਚ ਇਨੀਸ਼ੀਅਲੀ ਜੌਬਸ ਮਿਲ ਰਹੀਆਂ। ਤੁਸੀਂ ਕੁਝ ਕੰਮ ਸਿੱਖ ਲੈਂਦੇ ਹੋ, ਸਕਿੱਲ ਸਿੱਖ ਲੈਂਦੇ ਹੋ ਬਿਲਡਿੰਗ ਕੰਸਟਰਕਸ਼ਨ ਦੇ ਕੰਮ 'ਚ। ਆਈ ਨੋ ਪੀਪਲ ਜਿਹੜੇ 18 ਤੋਂ 20 ਪਾਉਂਡ ਵੀ ਘੰਟੇ ਦਾ ਕੱਢ ਰਹੇ ਨੇ। ਹੈਲਥ ਸੈਕਟਰ ਦੇ ਵਿੱਚ ਬਹੁਤ ਸਾਰੀਆਂ ਜੌਬਸ ਹੈਗੀਆਂ, ਰੈਸਟੋਰੈਂਟਸ ਦੇ ਵਿੱਚ, ਹਸਪਿਟੈਲਿਟੀ ਸੈਕਟਰ 'ਚ ਜੌਬਸ ਹੀ ਜੌਬਸ ਹਨ। ਜੌਬਸ ਦੀ ਕੋਈ ਕਮੀ ਹੈ ਨਹੀਂ ਹੈ ਯੂਕੇ 'ਚ ਇਸ ਵੇਲੇ ਜੀ। ਸੋ ਸੁਕਾਂਤ ਜੀ, ਗੈਪ ਦੀ ਵੀ ਗੱਲ ਕਰ ਲੈਂਦੇ ਹਾਂ। +2 ਵਾਲੇ ਸਟੂਡੈਂਟ ਨੇ ਜਿਹੜੇ, ਕਿੰਨੇ ਕੁ ਗੈਪ ਵਾਲੇ ਸਟੂਡੈਂਟ ਨੂੰ ਐਂਟਰਟੇਨ ਕਰਦੇ ਨੇ, ਤੇ ਜੇ ਕਿਸੇ ਦਾ ਗੈਪ ਜ਼ਿਆਦਾ ਹੈ ਕੀ ਕੋਈ ਹੱਲ ਹੋ ਜਾਂਦਾ? +2 ਤੋਂ ਬਾਅਦ ਤੁਸੀਂ 2017-18 ਚ +2 ਕੀਤੀ ਹੈਗੀ ਹੈ, ਯੈਸ देयर आर ਆਪਸ਼ਨਸ। ਤੁਹਾਡੀ +2 ਇਸ ਤੋਂ ਪੁਰਾਣੀ ਹੈਗੀ ਹੈ, ਇਟਸ ਗੋਣਾ ਬੀ ਡਿਫਿਕਲਟ, ਵੈਰੀ ਫਿਊ ਯੂਨੀਵਰਸਿਟੀਜ਼ ਆਰ ਗੋਣਾ ਐਕਸੈਪਟ ਯੂ। 2017-2018 ਤੋਂ ਬਾਅਦ +2 ਵਾਲੇ ਬੈਚਲਰਸ ਚਾਹੇ 10 ਸਾਲ ਹੋ ਗਏ, 12 ਸਾਲ ਹੋ ਗਏ, ਹਾਰਡਲੀ ਮੈਟਰਸ, ਬਿਕਾਜ਼ ਬੈਚਲਰਸ ਤੋਂ ਬਾਅਦ ਮਾਸਟਰਸ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ ਹੈ ਜੀ। ਸੋ ਬਹੁਤ ਸਾਰੇ ਸਟੂਡੈਂਟ ਦੇ ਦਿਮਾਗ ਦੇ ਵਿੱਚ ਇਹ ਵੀ ਸਵਾਲ ਆਊਗਾ ਕਿ ਸਾਰੀਆਂ ਚੀਜ਼ਾਂ ਸਮਝ ਲਈਆਂ ਅਸੀਂ ਯੂਕੇ ਦੀਆਂ, ਬਹੁਤ ਵਧੀਆ ਹੈ, ਫਾਈਨੈਂਸ਼ੀਅਲੀ ਵੀ ਬਹੁਤ ਵਧੀਆ, ਬਟ ਤ੍ਰਿਵੇਦੀ ਓਵਰਸੀਜ਼ ਤੋਂ ਜੇ ਮੈਂ ਫਾਈਲ ਲਗਾਉਣਾ, ਮੈਨੂੰ ਕੀ ਐਡੀਸ਼ਨਲ ਬੈਨੀਫਿਟ ਹੋਏਗਾ? ਦੇਖੋ, ਇੱਕ ਤਜਰਬਾ, ਪ੍ਰੋਫੈਸ਼ਨਲ ਸਰਵਿਸਿਜ਼। ਮੈਂ ਜਿੱਦਾਂ ਅੱਗੇ ਤੁਹਾਨੂੰ ਗੱਲ ਕਹਿ ਕੇ ਹਟਿਆ ਵੀ ਯੂਕੇ ਦੀ ਆਫਰ ਲੈਟਰ ਨਿਕਾਲਣੀ ਤੇ ਇੱਦਾਂ ਹਫਤੇ ਦੇ 4 ਦਿਨ 'ਚ, 2 ਦਿਨ 'ਚ ਵੀ ਮਿਲ ਜਾਂਦੀ ਹੈਗੀ ਹੈ। ਸਮ ਆਫ ਦੈਮ ਗਿਵ ਇਟ ਇਨ ਅ ਡੇ ਆਲਸੋ, ਬਟ ਕੰਮ ਫਸਦਾ ਪੇਜ ਕਿੱਥੇ ਫਸਦਾ ਕਿ ਕਾਸਟ ਲੈਟਰ ਤੇ ਔਰ ਵੀਜ਼ਾ ਐਪਲੀਕੇਸ਼ਨ ਦੇ ਉੱਪਰ। ਇਹ ਦੋ ਚੀਜ਼ਾਂ ਹਰ ਕੋਈ ਤੁਹਾਨੂੰ ਵਧੀਆ ਤਰੀਕੇ ਨਾਲ ਨਹੀਂ ਦੇ ਸਕਦਾ, ਨਹੀਂ ਸਮਝਾ ਸਕਦਾ। ਬਾਕੀ हाथ कंगन को आरसी क्या कहते हैं ना, पढ़े लिखे को फारसी क्या। यू कैन सी अवर यूट्यूब चैनल, फेसबुक पेज, किद्दां दे सक्सैस स्टोरीज तुहानूं यूके दियां मिलणगियां। रीसेंटली एक कपल का वीज़ा लगवाया कुछ दिन पहला ही, वो स्टूडेंट दे पेरेंट्स 2 नंबर यूके सीगे। उस चीज़ को असीं मन्निया, उस एप्लीकेशन सारी वो सिचुएशन एक्सप्लेन की। इट वॉज अ वेरी चैलेंजिंग केस। वी गॉट थ्रू, कपल का वीज़ा लगवाया, कट्ठे गए हैं। पिछे एक होर केस सीगा, बैन लग्या होया सीगा स्टूडेंट के उपर यूके का, 10 साल का बैन सीगा, बैन पलटा के उन्होंने दोबारा वीज़ा लगवाया यूके का। सो यह जे चैलेंजिंग केसिस असीं एक्सैप्ट करते हैं त्रिवेदी ओवरसीज़ के उत्ते। एंड ਜਿਹੜੇ ਆਸਾਨ ਕੇਸ ਦਿਖਣ ਨੂੰ ਲੱਗਦੇ, ਲੋਕਾਂ ਨੂੰ ਲੱਗਦਾ ਮੇਰਾ ਤਾਂ ਬਹੁਤ ਆਸਾਨ ਹੈ, ਉਹਦੇ ਵਿੱਚ ਵੀ ਉਹਨਾਂ ਆਸਾਨ ਨਹੀਂ ਹੁੰਦਾ। ਯੂ ਹੈਵ ਟੂ ਸਿਲੈਕਟ ਦ ਯੂਨੀਵਰਸਿਟੀਜ਼। ਕਾਸਟ ਤੱਕ ਪਹੁੰਚਾਣਾ ਬਹੁਤ ਔਖਾ ਕੰਮ ਹੈਗਾ। ਐਂਡ ਦੈਟ ਵੀ ਟੇਕ ਅਪ ਆਲ ਦੋਜ਼ ਚੈਲੰਜਸ। ਐਂਡ ਦਾਅਵੇ ਦੇ ਨਾਲ ਕਹਿੰਦੇ ਆ ਯੂਕੇ ਦੇ ਵਿੱਚ ਅਸੀਂ ਇਹ ਚੈਲੰਜ ਲੈ ਕੇ ਚੱਲਦੇ ਹਾਂ, ਨੋ ਵੀਜ਼ਾ ਨੋ ਫੀਸ। ਤੁਹਾਡਾ ਇੱਕ ਵੀ ਪੈਸੇ ਦਾ ਨੁਕਸਾਨ ਨਹੀਂ। ਵੀਜ਼ਾ ਤੱਕ ਜੇ ਤੁਹਾਡਾ ਕਿਤੇ ਕੋਈ ਨੁਕਸਾਨ ਹੁੰਦਾ ਉਹ ਕੰਪਨੀ ਦਾ ਨੁਕਸਾਨ ਹੈ, ਤੁਹਾਡਾ ਇੱਕ ਵੀ ਪੈਸੇ ਦਾ ਨੁਕਸਾਨ ਨਹੀਂ। ਸੋ ਜੇ ਤੁਸੀਂ ਸਾਡੇ ਕੋਲੋਂ ਯੂਕੇ ਦੀ ਪ੍ਰੋਸੈਸਿੰਗ ਕਰਦੇ ਹੋ, ਤੁਹਾਨੂੰ ਮੈਂ ਇਹ ਕਹਿ ਸਕਦਾ ਨੋ ਵੀਜ਼ਾ ਨੋ ਫੀ, ਗਰੰਟੀ ਇਸ ਚੀਜ਼ ਦੀ ਹੈ, ਤੁਹਾਡਾ ਇੱਕ ਵੀ ਪੈਸੇ ਦਾ ਨੁਕਸਾਨ ਨਹੀਂ ਹੋਏਗਾ। ਸੋ ਸਟੂਡੈਂਟਸ, ਕੋਈ ਵੀ ਸਵਾਲ ਹੈ ਤਾਂ ਤੁਸੀਂ ਸ਼ੋਅ ਦੇ ਦੌਰਾਨ 9216 355 355 ਤੇ ਕਾਲ ਵੀ ਕਰ ਸਕਦੇ ਹੋ। ਸੋ ਸੁਕਾਂਤ ਜੀ ਦੇ ਐਕਸਪੀਰੀਅੰਸ ਦਾ ਪੂਰਾ ਫਾਇਦਾ ਲਵਾਂਗੇ। ਆਸਟ੍ਰੇਲੀਆ ਤੇ ਵੀ ਗੱਲ ਕਰਾਂਗੇ। ਆਸਟ੍ਰੇਲੀਆ ਦਾ ਸੁਕਾਂਤ ਜੀ ਪ੍ਰੈਜ਼ੈਂਟ ਸਿਨੈਰੀਓ ਜ਼ਰੂਰ ਤੁਹਾਡੇ ਤੋਂ ਸਮਝਣਾ ਚਾਹਾਂਗੇ, ਕਿਉਂਕਿ ਮੇਰੀ ਨੌਲੇਜ ਇਹ ਹੈ ਕਿ ਆਸਟ੍ਰੇਲੀਆ ਜਦੋਂ ਓਪਨ ਹੋਇਆ ਤਾਂ ਬੜਾ ਓਪਨ ਹਾਰਟedly ਓਪਨ ਹੋਇਆ, ਫਿਰ ਉਸ ਤੋਂ ਬਾਅਦ ਥੋੜਾ ਜਿਹਾ ਆਸਟ੍ਰੇਲੀਆ ਨੇ ਹੁਣ ਸਖਤੀ ਕਰਤੀ ਹੈ। ओपन तो इन्ना क करता जी, पंजाब हरियाणा के कुछ एजेंट्स ने स्पैशली हरियाणा के इन्ना क ओपन किया भी उन्होंने क्लोज करना पै गया। ये सिचुएशन हो गई है। वीज़ाज आर टेकिंग टाइम, 2 2.5 3 महीने तक वीज़ा प्रोसैसिंग लै रही है ऑस्ट्रेलिया की। विचों कुछ वीज़ाज आ गए थे बहुत जल्दी, बट जनरली मैं कभी भी सिचुएशन ना इस तरह नहीं करता भी हाँ आ जाओ सारे जाने, नो नैवर। 2 ਤੋਂ 2.5 ਮਹੀਨੇ ਸੋਚ ਕੇ ਚੱਲੋ ਆਸਟ੍ਰੇਲੀਆ ਦੇ ਪ੍ਰੋਸੈਸਸ ਨੂੰ ਲੱਗ ਰਹੇ ਨੇ। GT ਕਢਾਉਂਦੇ 10-15 ਦਿਨ ਲੱਗਦੇ ਨੇ। ਫੰਡਸ ਤੁਹਾਡੇ ਕੋਲ 3 ਮਹੀਨੇ ਪੁਰਾਣੇ ਹੋਣੇ ਚਾਹੀਦੇ ਨੇ। ਡਿਪਲੋਮਾਸ 'ਚ ਵੀਜ਼ਾਸ ਆ ਰਹੇ ਨੇ। ਮੇਰੇ ਕੋਲ ਪਿਛਲੇ ਹਫਤੇ 2 ਵੀਜ਼ਾਸ ਆਏ ਨੇ ਡਿਪਲੋਮਾਸ ਦੇ, ਬਟ ਅਗੇਨ ਇਹ ਇੱਕ ਲੋਟਰੀ ਵਾਲਾ ਪ੍ਰੋਡਕਟ ਹੈਗਾ ਜਿਹੜਾ ਡਿਪਲੋਮਾਸ ਹੈ। 10 ਫਾਈਲਾਂ ਲਗਾਓਗੇ, 2 ਵੀਜ਼ੇ ਨਿਕਲਣਗੇ। ਉਹ 2 ਕਿਹਦੇ ਨਿਕਲਣਗੇ?
ਕੁਝ ਨਹੀਂ ਕਿਹਾ ਜਾ ਸਕਦਾ, ਹੋ ਸਕਦਾ ਵੀ ਲੇਟੈਸਟ ਪ੍ਰੋਫਾਈਲ ਦੇ ਆ ਜਾਣ, ਹੋ ਸਕਦਾ 4 ਸਾਲ ਦੇ ਗੈਪ ਦੇ ਪ੍ਰੋਫਾਈਲ ਦੇ ਆ ਜਾਣ। ਹਾਂ, ਜੇ ਤੁਸੀਂ 2020 12th ਪਾਸ ਆਊਟ ਹੋ ਜਾਂ ਉਸ ਤੋਂ ਪਿਛਲੇ ਪਾਸ ਆਊਟ ਹੋ, ਆਸਟ੍ਰੇਲੀਆ ਜਾਣ ਦਾ ਟਰਾਈ ਕਰਨਾ ਚਾਹੁੰਦੇ ਹੋ, ਸ਼ਬਦ ਮਾਈਂਡ ਕਰਿਓ ਮੇਰਾ, ਟਰਾਈ ਕਰਨਾ ਚਾਹੁੰਦੇ ਹੋ, ਤੁਹਾਡੇ ਕੋਲ ਆਪਸ਼ਨ ਹੀ ਡਿਪਲੋਮੇ ਦੀ ਬਚਦੀ ਹੈ। ਯੂਨੀਵਰਸਿਟੀਜ਼ ਇਸ ਵੇਲੇ +2 ਤੋਂ ਬਾਅਦ ਬੈਚਲਰਸ ਲਈ 2021 ਪਾਸ ਆਊਟ ਤੋਂ ਪਿਛਲੇ ਪਾਸ ਆਊਟਸ ਨਹੀਂ ਐਕਸੈਪਟ ਕਰ ਰਹੀਆਂ। ਸੋ 2021 ਵਾਲਿਆਂ ਵਾਸਤੇ ਵੀ ਆ ਜਿਹੜਾ ਸਾਲ ਹੈਗਾ, ਜਿਹੜਾ ਜੁਲਾਈ ਇਨਟੇਕ ਜਾਂ ਸੈਪਟੈਂਬਰ ਅਕਤੂਬਰ ਇਨਟੇਕ ਵਿਲ ਬੀ ਦਾ ਲਾਸਟ ਚਾਂਸ। ਫੈਬਰੂਰੀ 23 ਦੇ ਵਿੱਚ ਹੋ ਸਕਦਾ 21 ਵਾਲੇ ਪਾਸ ਆਊਟਸ ਨੂੰ ਵੀ ਯੂਨੀਵਰਸਿਟੀਜ਼ ਐਕਸੈਪਟ ਨਾ ਕਰਨ। ਐਂਡ ਉਸ ਤੋਂ ਵੀ ਜਿਹੜੀ ਇੰਪੋਰਟੈਂਟ ਗੱਲ, ਆਸਟ੍ਰੇਲੀਆ ਦਾ ਕੰਮ ਕਰਨ ਲਈ ਯੂ ਹੈਵ ਟੂ ਸੀ ਵੀ ਤੁਹਾਡਾ ਜਿਹੜਾ ਕੰਸਲਟੈਂਟ ਹੈਗਾ ਉਹਦੇ ਕੋਲ ਕਿਆ ਡਾਇਰੈਕਟਲੀ ਯੂਨੀਵਰਸਿਟੀਜ਼ ਦੀ ਰਿਪਰੈਜ਼ੈਂਟੇਸ਼ਨ ਹੈਗੀ ਹੈ। ਕੈਨੇਡਾ ਔਰ UK 'ਚ ਇਹ ਚੀਜ਼ ਮੈਟਰ ਹੀ ਨਹੀਂ ਕਰਦੀ ਬਿਲਕੁਲ ਵੀ, ਬਟ ਆਸਟ੍ਰੇਲੀਆ 'ਚ ਇਟ ਮੈਟਰਸ ਅ ਲੋਟ ਬਿਕਾਜ਼ ਹਾਈ ਕਮਿਸ਼ਨ ਦੇ ਵਿੱਚ ਫਾਈਲਾਂ ਜਾਂਦੀਆਂ ਸਾਰੀਆਂ ਆਨਲਾਈਨ। ਤੁਹਾਡੇ ਏਜੰਟ ਬਾਰੇ ਜਾਣਕਾਰੀ ਲੈਣਾ ਚਾਹੁੰਦਾ ਐਮਬੈਸੀ ਵਾਂਟਸ ਟੂ ਨੋ ਵੀ ਤੁਹਾਡਾ ਏਜੰਟ ਕੌਣ ਹੈ। ਇੱਕ ਨਾ ਫਾਰਮ ਹੁੰਦਾ ਆਸਟ੍ਰੇਲੀਆ ਦੀ ਸਟੂਡੈਂਟ ਵੀਜ਼ਾ ਐਪਲੀਕੇਸ਼ਨ 'ਚ 956A ਫਾਰਮ, ਉਹ 'ਚ ਸਟੂਡੈਂਟ ਡਿਕਲੇਅਰ ਕਰਦਾ ਵੀ ਮੇਰਾ ਏਜੰਟ ਫਲਾਣਾ ਹੈਗਾ, ਉਹ ਮੈਂ ਇਹਨੂੰ ਆਥੋਰਾਈਜ਼ ਕਰ ਰਿਹਾ ਵੀ ਮੇਰੇ ਵੱਲੋਂ ਐਪਲੀਕੇਸ਼ਨ ਪਾਵੇ। ਹੋਰ ਕੋਈ ਐਮਬੈਸੀ ਇਸ ਤਰ੍ਹਾਂ ਨਹੀਂ ਚਾਹੁੰਦੀ ਕਿਉਂਕਿ ਆਸਟ੍ਰੇਲੀਅਨ ਐਮਬੈਸੀ ਨੋਜ਼ ਅਬਾਊਟ ਇਟਸ ਏਜੰਟਸ। ਸਾਡੀ ਨਾ ਇੱਕ ਐਸੋਸੀਏਸ਼ਨ ਹੈਗੀ ਹੈ ਦੀਪਕ ਜੀ, ਏਰੀ AAERI, ਆਸਟ੍ਰੇਲੀਅਨ ਦੀ ਜਿਹੜੇ ਆਥੋਰਾਈਜ਼ ਰਿਪਰੈਜ਼ੈਂਟੇਟਿਵਸ ਹੈਗੇ ਆਸਟ੍ਰੇਲੀਅਨ ਐਮਬੈਸੀ ਵੱਲੋਂ ਬਣੀ ਹੋਈ ਹੈ। ਆਈ ਕੈਨ ਪ੍ਰਾਊਡਲੀ ਸੇ ਪਿਛਲੇ 16 ਸਾਲ ਤੋਂ ਆਪਾਂ ਉਹਦੇ ਮੈਂਬਰ ਹੈਗੇ ਆ। ਐਂਡ ਡੈਫੀਨੇਟਲੀ ਐਮਬੈਸੀ ਵੱਲੋਂ ਜਦੋਂ ਵੀ ਕੋਈ ਗਾਈਡਲਾਈਨਸ ਆਉਂਦੀਆਂ ਹੈਗੀਆਂ ਤਾਂ ਸਾਨੂੰ ਪਹਿਲਾਂ ਪਤਾ ਲੱਗਦੀਆਂ। ਕੋਈ ਟ੍ਰੇਨਿੰਗ ਪ੍ਰੋਗਰਾਮਸ ਰੱਖੇ ਜਾਂਦੇ ਨੇ ਵੀਜ਼ਾ ਸਕੀਮਸ ਨੂੰ ਲੈ ਕੇ, ਸਾਨੂੰ ਉਹਦੇ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਰੀਸੈਂਟਲੀ ਅਸੀਂ ਇੱਕ ਐਫੀਡੇਵਿਟ ਸ਼ੇਅਰ ਕੀਤੇ ਨੇ ਆਸਟ੍ਰੇਲੀਅਨ ਐਮਬੈਸੀ ਨਾਲ ਵੀ ਜਿਸ 'ਚ ਅਸੀਂ ਲਿਖ ਕੇ ਦਿੱਤਾ ਵੀ ਇਸ ਸਟੂਡੈਂਟ ਦੀ ਅਸੀਂ ਪ੍ਰੋਪਰ ਜਾਣਕਾਰੀ ਦੇਵਾਂਗੇ ਐਮਬੈਸੀ ਨੂੰ, ਔਰ ਉਹਦੇ ਰਿਗਾਰਡਿੰਗ ਐਮਬੈਸੀ ਨੇ ਸਾਨੂੰ ਅਸ਼ੋਰ ਕੀਤਾ ਵੀ ਜਿਹੜੇ ਏਰੀ ਮੈਂਬਰਸ ਨੇ ਉਹ ਐਫੀਡੇਵਿਟ ਸਾਈਨ ਕਰਕੇ ਦਿੱਤੇ ਨੇ, ਉਹਨਾਂ ਦੀ ਪ੍ਰੋਸੈਸਿੰਗ ਫਾਸਟ ਕਰਾਂਗੇ, ਵਧੀਆ ਤਰੀਕੇ ਨਾਲ ਕਰਾਂਗੇ। ਸੋ ਬਹੁਤ ਵਧੀਆ ਜੀ, ਪ੍ਰੋਸੈਸਿੰਗ ਫਾਸਟ ਮਿਲ ਸਕਦੀ ਹੈ ਜੇ ਤੁਸੀਂ ਮੈਂਬਰਸ ਤੋਂ ਲਗਵਾਉਂਦੇ ਹੋ ਆਪਣੀ ਫਾਈਲ। ਆਇਲਸ ਦੀਆਂ ਰਿਕੁਆਇਰਮੈਂਟ ਤੇ ਜ਼ਰੂਰ ਇੱਕ ਲਾਸਟ ਸਵਾਲ ਮੈਂ ਪੁੱਛਣਾ ਚਾਹੂੰਗਾ, ਤੇ ਅਕੈਡਮਿਕਸ ਕਿਸ ਤਰੀਕੇ ਦੇ ਆਸਟ੍ਰੇਲੀਆ ਡਿਮਾਂਡ? +2 ਤੋਂ ਬਾਅਦ ਤੁਸੀਂ ਆਸਟ੍ਰੇਲੀਆ ਜਾਣਾ ਚਾਹੁੰਦੇ ਹੋ, ਓਵਰਆਲ 6 ਬੈਂਡ ਚਾਹੀਦੇ ਨੇ, 1-2 ਚੋਂ ਤੁਹਾਡੇ 5.5 ਵੀ ਹੈਗੇ, ਹਾਰਡਲੀ ਮੈਟਰਸ। ਐਕੈਡੈਮਿਕਸ 60% ਪਲੱਸ ਲੈ ਕੇ ਚੱਲੋ ਆਪਣੇ ਮੇਨ ਸਬਜੈਕਟ। ਆਰਟਸ ਵਾਲੇ ਜਿਹੜੇ ਹੈਗੇ ਆ, ਜੇ ਤੁਹਾਡੇ ਕੋਲ ਇਕਨੋਮਿਕਸ ਵਰਗੇ ਸਬਜੈਕਟ ਨਹੀਂ ਹੈਗੇ ਆ, ਸਿਰਫ ਹੋਮ ਸਾਇੰਸ, ਪੋਲੀਟੀਕਲ ਸਾਇੰਸ, ਫਿਲੋਸਫੀ, ਇਹੋ ਜਿਹੇ ਸਬਜੈਕਟਸ ਨਾਲ, ਮਿਊਜ਼ਿਕ, ਇਹੋ ਜਿਹੇ ਸਬਜੈਕਟਸ ਨਾਲ ਆਸਟ੍ਰੇਲੀਆ ਅਪਲਾਈ ਨਾ ਕਰਿਓ। ਬੈਚਲਰਸ ਤੋਂ ਬਾਅਦ ਤੁਹਾਨੂੰ 6.5 6 ਈਚ ਦਾ ਸਕੋਰ ਚਾਹੀਦਾ ਹੈਗਾ। ਬੈਚਲਰਸ ਬਾਅਦ ਗੈਪ ਕਿੰਨਾ ਵੀ ਹੈਗਾ, ਇਫ ਯੂ ਹੈਵ ਬੀਨ ਵਰਕਿੰਗ, ਸੈਲਰੀ ਅਕਾਊਂਟ 'ਚ ਆ ਰਹੀ ਹੈਗੀ, ਕੋਈ ਪ੍ਰੋਬਲਮ ਨਹੀਂ ਹੈ ਜੀ। ਸੋ ਸਟੂਡੈਂਟਸ, ਸੁਕਾਂਤ ਜੀ ਦੇ 20 ਸਾਲ ਤੋਂ ਵੱਧ ਦੇ ਤਜਰਬੇ ਦਾ ਤੁਸੀਂ ਫਾਇਦਾ ਲੈ ਸਕਦੇ ਹੋ। 9216 355 355 ਤੇ ਕਾਲ ਕਰ ਸਕਦੇ ਹੋ। ਕਿਸੇ ਵੀ ਤਰੀਕੇ ਦਾ ਤੁਹਾਨੂੰ ਡਾਊਟ ਹੈ ਸਟੱਡੀ ਵੀਜ਼ਾ ਦੇ ਰਿਗਾਰਡਿੰਗ ਕਿਸੇ ਵੀ ਕੰਟਰੀ ਨੂੰ ਲੈ ਕੇ। ਧੰਨਵਾਦ। ਥੈਂਕ ਯੂ ਜੀ।